ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ, ਦੁਖ ਪਾਏਗਾ। ਜਾਂ ਕਬੀਰ ਸਾਹਿਬ ਦਾ ਬਚਨ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਜਿਉ ਬਨ ਫਲ ਪਾਕੇ ਭੋਏ ਗ੍ਰਹਿ, ਬਹੁਰ ਨਾ ਲਾਗਹਿ ਡਾਰ। ਜਦੋਂ ਆਪਾਂ ਗੁਰੂ ਸਾਹਿਬ ਦੀ ਜਾਂ ਸੰਤਾਂ ਦੀ ਭਗਤਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਸੰਤਾਂ ਮਹਾਂਪੁਰਖਾਂ ਦੀ ਬਾਣੀ ਸਾਨੂੰ ਆਖਦੀ ਹੈ, ਸਾਨੂੰ ਜੋ ਇਹ ਮਨੁੱਖਾ ਚੋਲਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ, ਬਹੁਤ ਦੁਰਲੱਭ ਹੈ। ਸਾਨੂੰ ਜੋ ਇਹ ਵੇਲਾ ਮਿਲਿਆ ਹੈ ਮਾਲਕ ਦੀ ਪ੍ਰਾਪਤੀ ਦਾ, ਬਹੁਤ ਦੁਰਲੱਭ ਹੈ। ਸਾਹਿਬ ਬਾਣੀ ਵਿੱਚ ਆਖਦੇ ਆ ਕਿ 84 ਲੱਖ ਜੂਨ ਭੁਗਤਣ ਤੋਂ ਬਾਅਦ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਲੱਖ 84 ਜੂਨ ਸਬਾਈ। ਅੱਜ ਦੇ ਜਿਹੜੇ ਨਵੀਨ ਪ੍ਰਚਾਰਕ ਹਨ, 84 ਲੱਖ ਜੂਨ ਦਾ ਖੰਡਨ ਕਰਨ ਵਿੱਚ ਲੱਗੇ ਹਨ ਕਿ 84 ਲੱਖ ਜੂਨ ਕੋਈ ਵੀ ਨਹੀਂ ਹੈ, ਸਿਰਫ ਸਾਨੂੰ ਭਰਮ ਦੇ ਵਿੱਚ ਪਾਇਆ ਜਾ ਰਿਹਾ ਹੈ। ਪਰ ਜਦੋਂ ਆਪਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਬਾਣੀ ਵਿੱਚ ਫਰਮਾਉਂਦੇ ਆ ਕਿ ਜਿਹੜੀ ਲੱਖ 84 ਜੂਨ ਹੈ, ਇਹ ਉਸ ਮਾਲਕ ਨੇ ਆਪ ਪੈਦਾ ਕੀਤੀ ਹੈ। ਇਹ ਕਿਹੜੀਆਂ ਕਿਹੜੀਆਂ ਜੂਨਾਂ ਹਨ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸਾਹਿਬ ਬਾਣੀ ਵਿੱਚ ਆਖਦੇ ਆ ਕਿ ਤੈਨੂੰ ਕਈ ਵਾਰ 84 ਲੱਖ ਜੂਨ ਵਿੱਚ ਆਉਣਾ ਪਿਆ। 84 ਲੱਖ ਜੂਨ ਹੈ, ਉਹਦੇ ਵਿੱਚੋਂ 30 ਲੱਖ ਦੀਆਂ ਜਿਹੜੀਆਂ ਜੂਨਾਂ ਹਨ ਉਹ ਬਨਸਪਤੀ ਦੀਆਂ ਹਨ। 30 ਲੱਖ ਜੂਨ ਬਨਸਪਤੀ ਦੀ ਹੈ। 27 ਲੱਖ ਜੂਨ ਜਿਹੜੀ ਹੈ ਉਹ ਕੀੜਿਆਂ ਦੀ ਹੈ, ਤੇ 14 ਲੱਖ ਜਿਹੜੀ ਜੂਨ ਹੈ ਉਹ ਪੰਛੀਆਂ ਦੀ ਹੈ। 9 ਲੱਖ ਜੂਨ ਜਿਹੜੀ ਹੈ ਜਿਹੜੇ ਪਾਣੀ ਵਿੱਚ ਜੀਵ ਰਹਿੰਦੇ ਹਨ। 4 ਲੱਖ ਜੂਨ ਜਿਹੜੀ ਹੈ ਉਹ ਭੂਤ ਪ੍ਰੇਤ ਦੇਵੀ ਦੇਵਤੇ ਪਸ਼ੂਆਂ ਦੀ ਇਹ ਜੂਨ ਹੈ। ਜਾਂ ਫਿਰ ਦੋ ਹਿੱਸਿਆਂ ਵਿੱਚ ਵੰਡ ਲਈਏ, 42 ਲੱਖ ਜੂਨ ਪਾਣੀ ਵਿੱਚ ਰਹਿਣ ਵਾਲੀ ਹੈ, 42 ਲੱਖ ਜੂਨ ਪਾਣੀ ਤੋਂ ਉੱਪਰ ਰਹਿਣ ਵਾਲੀ ਹੈ। ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਰਹਿਣ ਦਿੱਤਾ। ਸਾਹਿਬ ਨੇ ਬਾਣੀ ਵਿੱਚ ਸਾਰੇ ਸਾਡੇ ਭਰਮ ਕੱਢ ਕੇ ਰੱਖ ਦਿੱਤੇ। ਜਿਹੜਾ ਅਸੀਂ ਆਖਦੇ ਹਾਂ ਕਿ 84 ਲੱਖ ਜੂਨ ਕੁਝ ਵੀ ਨਹੀਂ ਹੁੰਦੀ, ਸਾਨੂੰ ਸਿਰਫ ਸੰਤਾਂ ਵੱਲੋਂ ਭਰਮ ਦੇ ਵਿੱਚ ਪਾਇਆ ਜਾਂਦਾ ਹੈ। ਪਰ ਬਾਣੀ ਗੁਰੂ ਜੀ ਨੇ ਇਹਦਾ ਸਮੇਂ-ਸਮੇਂ 'ਤੇ ਖੁਲਾਸਾ ਕੀਤਾ ਹੈ ਕਿ 84 ਲੱਖ ਜੂਨ ਹੈ। ਕਈ ਜਨਮ ਭਏ ਕੀਟ ਪਤੰਗਾ, ਮਨੁੱਖਾ ਦੇਹੀ ਵਿੱਚ ਆਉਣ ਤੋਂ ਪਹਿਲਾਂ ਕਈ ਜਨਮ ਤੈਨੂੰ ਕੀੜਿਆਂ ਦੀ ਜੂਨ ਵਿੱਚ, ਪਤੰਗਿਆਂ ਦੀ ਜੂਨ ਵਿੱਚ ਰਹਿਣਾ ਪਿਆ। ਕਈ ਜਨਮ ਗਜ ਮੀਨ ਕੁਰੰਗਾ, ਕਈ ਵਾਰ ਤੈਨੂੰ ਹਾਥੀ ਦੀ ਜੂਨ ਵਿੱਚ,
ਕਈ ਵਾਰ ਤੈਨੂੰ ਹਾਥੀ ਦੇ ਜਨਮ ਦੇ ਵਿੱਚ ਰਹਿਣਾ ਪਿਆ, ਕਈ ਵਾਰ ਤੈਨੂੰ ਪਾਣੀ ਦੇ ਵਿੱਚ ਰਹਿਣ ਵਾਲੀ ਜਿਹੜੀ ਮਛਲੀ ਹੈ ਮੀਨ, ਕਈ ਵਾਰ ਤੈਨੂੰ ਮਛਲੀ ਦੇ ਜਨਮ ਦੇ ਵਿੱਚ ਰਹਿਣਾ ਪਿਆ, ਕਈ ਜਨਮ ਪੰਖੀ ਸਰਪ ਹੋਇਓ ਭਾਈ, ਕਈ ਜਨਮਾਂ ਤੱਕ, ਕਈ ਆਖਿਆ ਏ ਇੱਕ ਨਹੀਂ ਆਖਿਆ, ਕਈ ਜਨਮ। ਜੇ ਇੱਕ ਆਖਿਆ ਹੁੰਦਾ ਤੇ ਫਿਰ ਤੇ ਆਪਾਂ ਕਹਿ ਸਕਦੇ ਸੀ ਕਿ ਸੌਖਾ ਮਿਲਿਆ ਏ ਮਨੁੱਖਾ ਜਾਮਾ। ਨਹੀਂ, ਸਾਹਿਬ ਆਖਦੇ ਆ ਕਈ ਜਨਮ, ਬਹੁਤ ਜਨਮਾਂ ਤੱਕ ਤੂੰ 84 ਲੱਖ ਜੂਨ ਵਿੱਚ ਰਿਹਾ ਏ, ਭਟਕਦਾ ਰਿਹਾ ਏ। ਕਈ ਜਨਮਾਂ ਤੱਕ ਤੂੰ ਪੰਛੀਆਂ ਦੀ ਜੂਨ ਵਿੱਚ ਰਿਹਾ, ਕਈ ਵਾਰ ਤੂੰ ਸੱਪ ਬਣਿਆ ਏ, ਕਈ ਵਾਰ ਤੂੰ ਕੁੱਤਾ ਬਣਿਆ ਏ, ਕਈ ਵਾਰ ਸੂਰ ਬਣਿਆ ਏ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਵਾਰ ਤੈਨੂੰ ਬਨਸਪਤੀ ਦੇ ਵਿੱਚ ਆਉਣਾ ਪਿਆ, ਕਈ ਵਾਰ ਰੁੱਖ ਬਣਿਆ ਏ, ਕਈ ਵਾਰ ਪਹਾੜ ਬਣਿਆ ਏ, ਬਹੁਤ ਲੰਮੀਆਂ ਲੰਮੀਆਂ ਜੂਨਾਂ ਵਿੱਚੋਂ ਨਿਕਲ ਕੇ ਆਇਆ ਏ। ਫਿਰ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰੰਕਾਲ ਆਖਦੇ ਹਨ ਬਹੁਤ ਚਿਰ ਪਿੱਛੋਂ, ਬਹੁਤ ਲੰਮਾ ਸਮਾਂ ਤੂੰ 84 ਲੱਖ ਜੂਨ ਵਿੱਚ ਰਿਹਾ ਏ, ਬਹੁਤ ਲੰਮਾ ਸਮਾਂ। ਤੇ ਹੁਣ ਤੈਨੂੰ ਉਸ ਮਾਲਕ ਨੇ ਇੱਕ ਮੌਕਾ ਦਿੱਤਾ ਹੈ, ਮਿਲ ਜਗਦੀਸ਼ ਮਿਲਨ ਕੀ ਬਰੀਆ। ਤੈਨੂੰ ਇੱਕ ਵਾਰੀ ਦਿੱਤੀ ਹੈ। ਜੇ ਤੂੰ ਚਾਹੁੰਦਾ ਹੈ ਕਿ ਮੈਂ ਮੁੜ 84 ਲੱਖ ਜੂਨ ਵਿੱਚ ਕਦੇ ਕੁੱਤੇ ਦੀ ਜੂਨ, ਕਦੇ ਸੂਰ ਦੀ ਜੂਨ ਵਿੱਚ ਨਾ ਜਾਵਾਂ, ਫਿਰ ਤੈਨੂੰ ਇਹ ਮਨੋਰਥ ਸਮਝਣਾ ਪਵੇਗਾ। ਫਿਰ ਤੈਨੂੰ ਸਤਸੰਗ ਅਪਣਾਉਣਾ ਪਵੇਗਾ। ਸਤਸੰਗ ਅਪਣਾ ਕੇ ਉਸ ਮਾਲਕ ਦੀ ਸ਼ਰਨ ਲੈਣੀ ਪਵੇਗੀ। ਨਾਮ ਦਾ ਭਜਨ ਕਰਨਾ ਪਵੇਗਾ। ਤੈਨੂੰ ਬਾਣੀ ਦੇ ਨਾਲ ਜੁੜਨਾ ਪਵੇਗਾ। ਜੇ ਤੂੰ ਨਾਮ ਸ਼ਬਦ ਬਾਣੀ ਦਾ ਭੇਦ ਲੈ ਕੇ ਸੰਤ ਜਨਾਂ ਤੋਂ ਤੇ ਉਸ ਮਾਲਕ ਦਾ ਧਿਆਨ ਕਰੇ, ਉਹਨੂੰ ਯਾਦ ਕਰੇ, ਮਾਲਕ ਫਿਰ ਤੈਨੂੰ 84 ਲੱਖ ਜੂਨ ਵਿੱਚੋਂ ਬਚਾ ਲਵੇਗਾ। ਤੇਰਾ ਛੁਟਕਾਰਾ ਹੋ ਜਾਵੇਗਾ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਤੇਰਾ ਛੁਟਕਾਰਾ ਨਹੀਂ ਹੋਵੇਗਾ। 84 ਲੱਖ ਜੂਨ ਫਿਰ ਖੜੀ ਹੈ ਸਿਰ ਦੇ ਉੱਪਰ। ਸਰੀਰ ਸਾਨੂੰ ਜੋ ਮਿਲਿਆ ਹੈ ਸਿਰਫ ਮਾਲਕ ਦੀ ਪ੍ਰਾਪਤੀ ਵਾਸਤੇ ਮਿਲਿਆ। ਜੇ ਇਸ ਮਨੋਰਥ ਨੂੰ ਨਾ ਪਹਿਚਾਣਿਆ, ਇਹਦੀ ਕਦਰ ਨਾ ਕੀਤੀ, ਜੇ ਮਨੁੱਖਾ ਜਾਮਾ ਅਜਾਈ ਗਿਆ, 84 ਲੱਖ ਜੂਨ ਫਿਰ ਤੇਰੇ ਸਿਰ ਤੇ ਖੜੀ ਹੈ। ਬਹੁਤ ਲੰਮਾ ਸਮਾਂ, ਬਹੁਤ ਲੰਮਾ ਸਮਾਂ ਤੈਨੂੰ ਫਿਰ 84 ਵਿੱਚ ਰਹਿਣਾ ਪਵੇਗਾ। ਬਹੁਤ ਚਿਰ ਲੱਗ ਜਾਵੇਗਾ। ਬਹੁਤ ਚਿਰ ਪਿੱਛੋਂ ਤੈਨੂੰ ਫਿਰ ਇਹ ਮਨੁੱਖਾ ਦੇਹੀ ਪ੍ਰਾਪਤ ਹੋਵੇਗੀ। ਇਸ ਲਈ ਸਾਹਿਬ ਆਖਦੇ ਆ, ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ, ਸੋ ਆਏ ਜਾਏ ਦੁੱਖ ਪਾਏ ਦਾ ਮਨੁੱਖਾ ਦੇਹੀ ਇੱਕ ਪੌੜੀ ਦੇ ਸਮਾਨ ਹੈ। ਹੁਣ ਤੂੰ ਸਭ ਤੋਂ ਅਖੀਰਲੇ ਡੰਡੇ ਤੇ ਖਲੋਤਾ ਹੈ। ਅਖੀਰਲਾ ਡੰਡਾ ਕੀ ਹੈ? ਅਖੀਰਲਾ ਡੰਡਾ ਹੈ ਖਾਣਾ ਪੀਣਾ, ਹੱਸਣਾ ਸੋਣਾ, ਵਿਸਰ ਗਿਆ ਹੈ ਮਰਨਾ। ਅਖੀਰਲਾ ਡੰਡਾ ਉੱਥੇ ਖੜਾ ਹੈ। ਤੂੰ ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਖੇਡ ਲਿਆ ਆਪਣੇ ਪਰਿਵਾਰ ਨਾਲ। ਫਿਰ ਪ੍ਰਭਾਤ ਹੋਈ, ਦਿਨ ਚੜ੍ਹਿਆ, ਫਿਰ ਕੰਮ ਤੇ ਤੁਰ ਪਿਆ। ਸਾਹਿਬ ਬਾਣੀ ਵਿੱਚ ਆਖਦੇ ਆ,
ਧੰਦੈ ਧਾਵਤ ਜਗ ਬਾਧਿਆ, ਨਾ ਬੂਝੈ ਵਿਚਾਰ, ਜੰਮਣ ਮਰਨ ਵਿਸਾਰਿਆ, ਮਨ ਮੁਖ ਮੁਗਧ ਗਵਾਰ। ਸਵੇਰ ਹੋਈ, ਪਰਿਵਾਰ ਨੂੰ ਆਖਦਾ ਮੇਰਾ ਪ੍ਰਸ਼ਾਦਾ ਤਿਆਰ ਕਰੋ, ਮੈਂ ਕੰਮ ਤੇ ਜਾਣਾ ਹੈ, ਡਿਊਟੀ ਦਾ ਟਾਈਮ ਹੋ ਗਿਆ। ਸਮੇਂ ਸਿਰ ਉੱਠਦਾ ਹੈ, ਸਮੇਂ ਸਿਰ ਉੱਠ ਕੇ ਡਿਊਟੀ ਤੇ ਤਿਆਰ ਹੋਇਆ, ਸਾਰਾ ਦਿਨ ਕੰਮ ਕਰਦਾ ਰਿਹਾ। ਸ਼ਾਮ ਨੂੰ ਫਿਰ ਘਰ ਆਇਆ, ਆਣ ਕੇ ਪ੍ਰਸ਼ਾਦਾ ਰੋਟੀ ਪਾਣੀ ਛਕੀ, ਪਰਿਵਾਰ ਨਾਲ ਹੱਸਿਆ ਖੇਡਿਆ, ਸਾਰੇ ਦਿਨ ਦੀਆਂ ਗੱਲਾਂ ਕੀਤੀਆਂ, ਫਿਰ ਸੌਂ ਗਿਆ। ਬਸ ਇਹੀ ਖੇਡ ਇਹਦੀ ਚੱਲਦੀ ਪਈ ਹੈ, ਖਾਣਾ ਪੀਣਾ ਹੱਸਣਾ ਸੌਣਾ। ਇਹ ਚਾਰ ਚੀਜ਼ਾਂ ਇਹਨੇ ਅਪਣਾ ਲਈਆਂ, ਪਰ ਮੌਤ ਨੂੰ ਭੁੱਲ ਕੇ ਬਹਿ ਗਿਆ। ਇਹ ਨਹੀਂ ਪਤਾ ਕਿ ਮੌਤ ਸਿਰ 'ਤੇ ਖਲੋਤੀ ਹੈ। ਮੌਤ ਜਦੋਂ ਹੋ ਜਾਵੇਗੀ, ਇੱਕ ਦਿਨ ਦੇਹ ਹੀ ਛੱਡ ਕੇ ਜਾਣਾ ਪਵੇਗਾ। ਜਦੋਂ ਦੇਹੀ ਦਾ ਤਿਆਗ ਕਰਾਂਗਾ ਤੇ ਫਿਰ ਮੈਨੂੰ 84 ਵਿਕ ਜਾਣਾ ਪਵੇਗਾ। ਸਮਝ ਆਵੇ ਕਿਸ ਤਰ੍ਹਾਂ, ਕਿਉਂਕਿ ਕਦੇ ਸਤਸੰਗ ਨਹੀਂ ਕੀਤਾ। ਜੇ ਕਦੇ ਗੁਰੂ ਦੇ ਕੋਲ ਬੈਠਾ ਹੁੰਦਾ, ਗੁਰੂ ਨੇ ਸਮਝਾਉਣਾ ਸੀ ਕਿ ਤੈਨੂੰ ਇਹ ਮਨੁੱਖਾ ਦੇਹੀ ਸਿਰਫ ਮਾਲਕ ਦੀ ਪ੍ਰਾਪਤੀ ਵਾਸਤੇ ਮਿਲੀ ਹੈ, ਖਾਣ ਪੀਣ ਵਾਸਤੇ ਨਹੀਂ। ਤੂੰ ਤੇ ਬਹੁਤ ਲੰਮੀ ਸੋਚ ਕੇ ਬੈਠਾ ਹੈ। ਦੇਹ ਗਹਿਰੀ ਕਰਕੇ ਨੀਮ ਖੁਦਾਈ, ਉੱਪਰ ਮੰਡਪ ਛਾਏ। ਤੂੰ ਸੋਚਦਾ ਹੈ ਸੋਹਣਾ ਘਰ ਬਣਾਵਾਂ, ਇਹ ਸੋਚ ਕੇ ਬੈਠਾ ਹੈ। ਆਦਮੀ ਸਾਰੀ ਉਮਰ ਇਹ ਸੋਚਦਾ ਹੈ ਮੈਂ ਘਰ ਬਣਾਵਾਂਗਾ, ਮੇਰਾ ਘਰ ਬਣ ਜਾਵੇ, ਮੇਰੇ ਬੱਚੇ ਪੜ੍ਹ ਲਿਖ ਜਾਣ, ਚੰਗੇ ਸੈਟਲ ਹੋ ਜਾਣ। ਕੋਈ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ, ਪਰ ਨਾਮ ਨੂੰ ਵਿਸਾਰ ਕੇ ਮਾੜੀ ਗੱਲ ਹੈ। ਜੇ ਸਤਸੰਗ ਦੇ ਅਧਿਕਾਰੀ ਨਹੀਂ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਇੱਥੇ ਪਹੁੰਚਦੇ ਨਹੀਂ, ਸਿਰਫ ਆਪਣੇ ਕਾਰੋਬਾਰ ਨੂੰ ਹੀ ਧਰਮ ਮੰਨ ਕੇ ਬੈਠ ਗਿਆ ਹੈ, ਉਹਨੂੰ ਹੀ ਤੂੰ ਨਾਮ ਬੰਦਗੀ ਭਗਤੀ ਮੰਨ ਕੇ ਬੈਠ ਗਿਆ ਹੈ, ਫਿਰ ਸਾਹਿਬ ਆਖਦੇ ਆ ਕਿ ਮੌਤ ਖੜੀ ਹੈ। ਫਿਰ ਤੂੰ ਦੁਰਮਤ ਦਾ ਮਨਮਤ ਦਾ ਅਧਿਕਾਰੀ ਹੈ। ਫਿਰ ਤੇਰੇ ਸਿਰ 'ਤੇ 84 ਖੜੀ ਹੈ, ਫਿਰ ਤੈਨੂੰ ਜਾਣਾ ਪਵੇਗਾ, ਫਿਰ ਨਿਕਲੇਗਾ ਨਹੀਂ, ਛੁਟਕਾਰਾ ਨਹੀਂ ਹੋਵੇਗਾ। ਇਸ ਲਈ ਸਾਹਿਬ ਆਖਦੇ ਆ ਕਿ ਸਾਰਾ ਦਿਨ ਧੰਦਾ ਕਾਰੋਬਾਰ ਕਰਦਾ ਹੈ ਤੇ ਸ਼ਬਦ ਨੂੰ ਨਹੀਂ ਬੁੱਝਦਾ, ਸ਼ਬਦ ਨੂੰ ਨਾਮ ਨੂੰ ਜਾਣਦਾ ਨਹੀਂ, ਗੁਰੂ ਦੇ ਸਤਸੰਗ ਨੂੰ ਨਹੀਂ ਜਾਣਦਾ। ਸਗੋਂ ਸਤਸੰਗ ਕਰਨ ਵਾਲਿਆਂ ਦੇ ਨਾਲ, ਸੰਤ ਜਨਾਂ ਦੇ ਨਾਲ ਮਨ ਦੇ ਵਿੱਚ ਈਰਖਾ ਬਣਾ ਕੇ ਬੈਠਾ ਹੈ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਜਿਹੜੇ ਸਾਨੂੰ ਸਤਸੰਗ ਨਾਲ ਜੋੜਦੇ ਹਨ, ਮਨੋ ਮਨੀ ਉਹਨਾਂ ਨਾਲ ਵੈਰ ਕਮਾਉਂਦਾ ਹੈ, ਉਹਨਾਂ ਨਾਲ ਈਰਖਾ ਕਰਦਾ ਹੈ ਤੇ ਆਪਣੇ ਕਰਮ ਦਾ ਫਲ ਭੋਗਦਾ ਹੈ। ਇਸ ਲਈ ਸਾਹਿਬ ਆਖਦੇ ਆ ਕਿ ਜੇ ਤੂੰ 84 ਲੱਖ ਜੂਨ ਵਿੱਚੋਂ ਨਿਕਲ ਕੇ ਮਨੁੱਖਾ ਦੇਹੀ ਪਾ ਕੇ ਫਿਰ ਉਸ ਗੋਬਿੰਦ ਦਾ ਭਜਨ ਨਾ ਕੀਤਾ, ਫਿਰ ਆਏ ਜਾਏ ਦੁੱਖ ਪਾਏ ਦਾ, ਤੈਨੂੰ ਦੁੱਖ ਪਾਉਣਾ ਪਵੇਗਾ। ਜਦੋਂ ਆਏਗਾ ਮਨੁੱਖਾ ਦੇਹੀ ਵਿੱਚ ਜਾਂ ਕੋਈ ਸਰੀਰ ਲਵੇਂਗਾ, ਗਰਭ ਜੂਨੀ ਵਿੱਚ ਆਵੇਂਗਾ, ਫਿਰ ਤੈਨੂੰ ਬਹੁਤ ਦੁੱਖ ਝੱਲਣਾ ਪਵੇਗਾ। 9 ਮਹੀਨੇ ਦਾ ਗਰਭ ਹੈ, 9 ਮਹੀਨੇ ਤੱਕ ਮਾਂ ਦੇ ਗਰਭ ਦੇ ਵਿੱਚ ਤੈਨੂੰ ਉਲਟਾ ਲਟਕਣਾ ਪਵੇਗਾ, ਦੁੱਖ ਭੋਗੇਗਾ ਬਹੁਤ। ਉਦੋਂ ਦੁੱਖ ਭੋਗਿਆ, ਆਏ ਜਾਏ। ਫਿਰ ਜਦੋਂ ਸੰਸਾਰ ਤੋਂ ਜਾਏਗਾ, ਉਦੋਂ ਤੈਨੂੰ ਬਹੁਤ ਜ਼ਿਆਦਾ ਦੁੱਖ ਸਹਾਰਨਾ ਪਵੇਗਾ। ਕਿੰਨਾ ਦੁੱਖ ਸਹਾਰਨਾ ਪਵੇਗਾ? ਬਾਬਾ ਫਰੀਦ ਜੀ ਆਖਦੇ ਆ, ਫਰੀਦਾ ਜਿਤ ਦਿਹਾੜੈ ਧਨ ਵਾਰੀ, ਸਾਏ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ, ਮੋਹ ਦਿਖਾਲੇ ਆਏ, ਜਿੰਦ ਨੇ ਮਾਣੀ ਕੱਢੀਐ, ਹੱਡਾਂ ਕੂੰ ਕੜਕਾਏ। ਜਦੋਂ ਇਸ ਸੰਸਾਰ ਤੋਂ ਜਾਏਗਾ, ਤੈਨੂੰ ਜਾਮ ਲੈਣ ਆਉਣਗੇ। ਜਦੋਂ ਤੈਨੂੰ ਮੌਤ ਲੈਣ ਆਵੇਗੀ,
ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹਨੇ ਤੇਰੀ ਦੇਹੀ ਵਿੱਚ ਹੱਥ ਪਾ ਕੇ ਤੇਰੀ ਜਿੰਦ ਕੱਢ ਲੈਣੀ। ਜਦੋਂ ਤੇਰੀ ਜਿੰਦ ਉਹ ਕੱਢੇਗਾ ਤੇ ਕੀ ਹੋਵੇਗਾ? ਜਿੰਦ ਨੇ ਮਾਣੀ ਕੱਢੀਏ, ਹੱਡਾਂ ਕੂ ਕੜਕਾਏ। ਤੇਰੇ ਜਿਹੜੇ ਹੱਡ ਹਨ ਸਾਰੇ ਟੁੱਟ ਜਾਣਗੇ। ਇੰਨੀ ਪੀੜ, ਇੰਨੀ ਦਰਦ ਹੋਵੇਗੀ, ਤੇਰੇ ਕੋਲੋਂ ਉਹ ਸਹਾਰੀ ਨਹੀਂ ਜਾਵੇਗੀ। ਜਦੋਂ ਤੇਰੀ ਉਹ ਜਿੰਦ ਕੱਢੇਗਾ, ਜਿੰਦ ਜਦੋਂ ਕੱਢੇਗਾ, ਹੱਡ ਤੇਰੇ ਟੁੱਟ ਜਾਣਗੇ। ਤੇਰੇ ਨੱਕ ਵਿੱਚੋਂ ਖੂਨ ਆਵੇਗਾ, ਕੰਨਾਂ ਵਿੱਚੋਂ ਖੂਨ ਆਵੇਗਾ, ਜਾਂ ਮੂੰਹ ਵਿੱਚੋਂ ਖੂਨ ਆਵੇਗਾ, ਜਾਂ ਫਿਰ ਤੂੰ ਮਲ ਮੂਤਰ ਦੀ ਕਿਰਿਆ ਕਰੇਗਾ। ਆਪਾਂ ਵੇਖਿਆ ਹੋਵੇਗਾ ਸਾਡੇ ਕਈ ਭੈਣ ਭਰਾ ਸੰਸਾਰ ਤੋਂ ਗਏ ਹਨ। ਆਪਾਂ ਵੇਖਿਆ ਜਦੋਂ ਉਹ ਜਾਂਦੇ ਹਨ ਜਾਂ ਤੇ ਕੰਨਾਂ ਵਿੱਚੋਂ ਨੱਕ ਵਿੱਚੋਂ ਖੂਨ ਨਿਕਲਦਾ, ਆਪਾਂ ਫਿਰ ਨੱਕ ਦੇ ਵਿੱਚ ਰੂੰ ਦੇ ਦਿੰਦੇ ਹਾਂ ਕਿ ਨੱਕ ਵਿੱਚੋਂ ਖੂਨ ਨਾ ਨਿਕਲੇ। ਜਾਂ ਫਿਰ ਕਈਆਂ ਦਾ ਪਿਸ਼ਾਬ ਨਿਕਲਦਾ ਹੈ, ਕਈ ਫਿਰ ਗੰਦਗੀ ਦੀ ਕਿਰਿਆ ਕਰ ਜਾਂਦੇ ਹਨ। ਕਿਉਂ? ਕਿਉਂਕਿ ਜਿੰਦ ਨਿਕਲੀ ਹੈ ਬਹੁਤ ਔਖੀ, ਬਹੁਤ ਔਖੀ ਜਿੰਦ ਨਿਕਲੀ ਹੈ। ਇਸ ਲਈ ਸਾਹਿਬ ਆਖਦੇ ਆ ਕਿ ਦੁੱਖ ਪਾਏਂਗਾ ਤੂੰ ਬਹੁਤ ਜ਼ਿਆਦਾ। ਜੇ ਤੂੰ ਇਸ ਪੀੜ ਤੋਂ, ਇਸ ਦਰਦ ਤੋਂ ਬਚਣਾ ਚਾਹੁੰਦਾ ਹੈ ਤੇ ਫਿਰ ਸਤ ਸੰਗ ਦਾ ਅਧਿਕਾਰੀ ਬਣ, ਗੁਰੂ ਦੀ ਸ਼ਰਨ ਲੈ। ਤੇ ਜੋ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਇਹ ਜੋ ਮਨੋਰਥ ਹੈ ਮਨੁੱਖਾ ਦੇਹੀ ਦਾ, ਇਸ ਮਨੋਰਥ ਨੂੰ ਪਹਿਚਾਣ ਕੇ ਤੇ ਉਸ ਮਾਲਕ ਦੇ ਭਜਨ ਦੇ ਵਿੱਚ ਲੱਗ। ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਸਾਹਿਬ ਆਖਦੇ ਆ ਕਿ ਤੈਨੂੰ ਸਿਰਫ ਇੱਕ ਵਾਰੀ ਮਿਲੀ ਹੈ। ਜੇ ਤੂੰ ਇਸ ਵਾਰੀ ਨੂੰ ਨਾ ਪਹਿਚਾਣਿਆ, ਜੇ ਤੂੰ ਉਸ ਮਾਲਕ ਦੀ ਪ੍ਰਾਪਤੀ ਵੱਲ ਇੱਕ ਕਦਮ ਨਾ ਪੁੱਟਿਆ, ਤੇ ਫਿਰ ਤੈਨੂੰ 84 ਦੇ ਵਿੱਚ ਜਾਣਾ ਪਵੇਗਾ। ਵੇਖੋ ਸਾਹਿਬ ਬਾਣੀ ਵਿੱਚ ਵਾਰ-ਵਾਰ ਆਖੀ ਜਾਂਦੇ ਹਨ, ਇਹ ਜੋ ਸੰਸਾਰ ਹੈ ਇਹ ਇੱਕ ਮੁਸਾਫਰਖਾਨਾ ਹੈ। ਇਹ ਜਿਹੜਾ ਸੰਸਾਰ ਹੈ, ਇਹ ਜੋ ਤੈਨੂੰ ਸਰੀਰ ਮਿਲਿਆ ਹੈ, ਸਿਰਫ ਕੁਝ ਸਮੇਂ ਵਾਸਤੇ ਮਿਲਿਆ। ਬਟਾਊ ਸਿਉ ਜੋ ਲਾਵੇ ਨੇਹ, ਤਾਕੋ ਹਾਥ ਨਾ ਆਵੇ ਕੇਹ। ਬਟਾਊ ਆਖਦੇ ਹਨ ਮੁਸਾਫਰ ਨੂੰ। ਮੁਸਾਫਰ ਘਰੋਂ ਨਿਕਲਦਾ ਹੈ ਤੇ ਕਿਰਾਏ ਦਾ ਮਕਾਨ ਲੈ ਲੈਂਦਾ ਹੈ। ਜਿਸ ਮਕਾਨ ਵਿੱਚ ਉਹ ਰਹਿੰਦਾ ਹੈ ਕਿਰਾਏ 'ਤੇ ਲਿਆ ਏ, ਇੱਕ ਦਿਨ ਉਹ ਮਕਾਨ ਇਹਨੂੰ ਛੱਡਣਾ ਹੀ ਪਵੇਗਾ। ਇਸ ਲਈ ਕੁਝ ਮਹਾਤਮਾ ਨੇ ਆਖਿਆ ਕਿ ਸਾਡਾ ਇਹ ਜਿਹੜਾ ਸਰੀਰ ਹੈ ਇਹ ਵੀ ਸਾਨੂੰ ਕਿਰਾਏ 'ਤੇ ਮਿਲਿਆ ਹੈ। ਬਟਾਊ ਸਿਉ ਜੋ ਲਾਵੇ ਨੇਹ। ਜਿਹੜਾ ਮੁਸਾਫਰ ਕਿਰਾਏ ਦੇ ਮਕਾਨ ਨਾਲ ਆਪਣਾ ਮਨ ਲਾ ਲਵੇ, ਬਟਾਊ ਸਿਉ ਜੋ ਲਾਵੇ ਨੇਹ, ਤਾਕੋ ਹਾਥ ਨਾ ਆਵੇ ਕੇਹ। ਜਿਹੜਾ ਮੁਸਾਫਰ ਕਿਰਾਏ ਦੇ ਮਕਾਨ ਨਾਲ ਆਪਣਾ ਮਨ ਲਾ ਲਵੇ, ਮਨ ਲਾ ਕੇ ਇਹਨੂੰ ਆਪਣਾ ਸਮਝ ਲਵੇ, ਫਿਰ ਇਹਨੂੰ ਪਛਤਾਉਣਾ ਪਵੇਗਾ, ਕਿਉਂਕਿ ਕੁਝ ਹੱਥ ਨਹੀਂ ਆਵੇਗਾ। ਤੇ ਆਪਾਂ ਕੀ ਵੇਖਦੇ ਹਾਂ? ਅਸੀਂ ਇੱਥੇ ਦਿਨ ਰਾਤ ਧੰਦਾ ਕਰਦੇ ਹਾਂ। ਕੋਈ ਇਮਾਨਦਾਰੀ ਦਾ ਕਰਦਾ ਹੈ, ਕੋਈ ਬੇਈਮਾਨੀ ਕਰਦਾ ਹੈ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਕੋਲ ਗਏ। ਜਿਸ ਵਕਤ ਗਏ ਤੇ ਮਲਕ ਭਾਗੋ ਨੇ ਆਪਣੇ ਪਿੰਡ ਵਿੱਚ ਇੱਕ ਭੋਗ ਰੱਖਿਆ ਤੇ ਭੋਗ ਰੱਖ ਕੇ ਸਾਰੇ ਪਿੰਡ ਵਿੱਚ ਸੱਦਾ ਭੇਜਿਆ ਕਿ ਸਾਰੇ ਪਿੰਡ ਦੇ ਲੋਕ ਮੇਰੇ ਘਰ ਆਉਣ ਤੇ ਇੱਥੇ ਆ ਕੇ ਪ੍ਰਸ਼ਾਦਾ ਖਾਣ, ਰੋਟੀ ਪਾਣੀ ਖਾਣ ਤੇ ਮੇਰੀ ਉਸ ਮਾਲਕ ਅੱਗੇ ਬੇਨਤੀ ਕਰਨ, ਕਿਉਂਕਿ ਪਾਠ ਪੂਜਾ ਉਹਨੇ ਘਰ ਵਿੱਚ ਰੱਖੀ ਹੈ। ਸਾਰੇ ਪਹੁੰਚੇ। ਗੁਰੂ ਨਾਨਕ ਨਹੀਂ ਗਏ, ਨਾ ਭਾਈ ਲਾਲੋ ਜੀ ਗਏ ਹਨ। ਜਦੋਂ ਗੁਰੂ ਨਾਨਕ ਸਾਹਿਬ ਨਹੀਂ ਪਹੁੰਚੇ, ਮਲਕ ਭਾਗੋ ਨੂੰ ਪਤਾ ਲੱਗਾ ਕਿ ਇੱਥੇ ਕੋਈ ਰੱਬ ਦਾ ਫਕੀਰ ਆਇਆ ਹੈ
ਸਿਰਫ ਉਹ ਮੇਰੇ ਘਰ ਵਿੱਚ ਨਹੀਂ ਪਹੁੰਚਿਆ, ਬਾਕੀ ਸਾਰੇ ਸਾਧੂ ਸੰਤ ਆਏ ਹਨ, ਉਹ ਨਹੀਂ ਆਇਆ। ਆਪਣੇ ਸਿਪਾਹੀ ਭੇਜੇ। ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਨੂੰ ਨਾਲ ਲੈ ਕੇ ਗਏ ਹਨ। ਭਾਈ ਲਾਲੋ ਜੀ ਨਾਲ ਮਲਕ ਭਾਗੋਂ ਵੀ ਬੈਠਾ ਹੈ, ਭਾਈ ਲਾਲੋ ਵੀ ਬੈਠਾ ਹੈ। ਮਲਕ ਭਾਗੋਂ ਆਖਣ ਲੱਗਾ ਕਿ ਸਾਈਂ ਜੀ, ਆ ਵੇਖੋ ਕਿੰਨੇ ਸੰਤ ਇੱਥੇ ਪਹੁੰਚੇ ਹਨ, ਫਿਰ ਆਪ ਜੀ ਕਿਉਂ ਨਹੀਂ ਆਏ? ਸਾਹਿਬ ਆਖਣ ਲੱਗੇ ਕਿ ਅਸੀਂ ਤੇਰੇ ਜੋ ਇਹ ਹਵਨ ਦਾ ਜਾਂ ਤੂੰ ਜੋ ਵੀ ਘਰ ਆਪਣੇ ਘਰ ਵਿੱਚ ਰੱਖਿਆ ਹੈ, ਭੋਗ ਰੱਖਿਆ ਹੈ, ਅਸੀਂ ਤੇਰਾ ਇਹ ਪ੍ਰਸ਼ਾਦਾ ਖਾ ਨਹੀਂ ਸਕਦੇ। ਮਲਕ ਭਾਗੋ ਆਖਣ ਲੱਗਾ ਜੀ ਕਿਉਂ? ਨਹੀਂ, ਇਹ ਤੇਰੀ ਹੱਕ ਹਲਾਲ ਦੀ ਕਮਾਈ ਨਹੀਂ ਹੈ, ਬਹੁਤ ਖੂਨ ਨਚੋੜਿਆ ਤੂੰ, ਇਸ ਲਈ ਤੇਰੀ ਇਸ ਰੋਟੀ ਵਿੱਚੋਂ ਮੈਨੂੰ ਬੋ ਆਉਂਦੀ ਹੈ ਬੇਈਮਾਨੀ ਦੀ, ਇਹਦੇ ਵਿੱਚੋਂ ਮੈਨੂੰ ਦੁਰਾਚਾਰੀ ਦੀ ਬੋ ਆ ਰਹੀ ਹੈ। ਮਲਕ ਭਾਗੋ ਕਹਿਣ ਲੱਗਾ ਸਾਬਤ ਕਰੋ ਤੇ ਮੈਂ ਮੰਨਾਂ। ਉੱਥੇ ਧੰਨ ਗੁਰੂ ਨਾਨਕ ਸਾਹਿਬ ਨੇ, ਆਪਾਂ ਇਤਿਹਾਸ ਜਾਣਦੇ ਹਾਂ, ਚੰਗੀ ਤਰ੍ਹਾਂ ਜਾਣੂਕਾਰ ਹਾਂ, ਮਲਕ ਭਾਗੋ ਦਾ ਪ੍ਰਸ਼ਾਦਾ ਲਿਆ, ਭਾਈ ਲਾਲੋ ਜੀ ਦਾ ਪ੍ਰਸ਼ਾਦਾ ਲਿਆ, ਦੋਵੇਂ ਪ੍ਰਸ਼ਾਦੇ ਨਿਚੋੜੇ, ਇੱਕ ਵਿੱਚੋਂ ਖੂਨ ਨਿਕਲਦਾ ਹੈ, ਇੱਕ ਵਿੱਚੋਂ ਦੁੱਧ ਨਿਕਲਦਾ ਹੈ। ਦੁੱਧ ਨਿਕਲਿਆ ਉਹਦੇ ਵਿੱਚੋਂ ਜਿਹਨੇ ਸਾਰਾ ਦਿਨ ਹੱਕ ਹਲਾਲ ਦੀ ਕਮਾਈ ਕੀਤੀ ਹੈ ਤੇ ਉਸ ਮਾਲਕ ਦਾ ਸ਼ੁਕਰ ਕੀਤਾ ਹੈ ਕਿ ਮੈਨੂੰ ਜੋ ਵੀ ਕੁਝ ਮਿਲਿਆ ਏ, ਤੁਧ ਭਾਵੈ ਅੱਧੀ ਪਰਵਾਨ, ਭਾਵੇਂ ਸੁੱਕੀ ਮਿਲੀ ਹੈ, ਭਾਵੇਂ ਤਾਜ਼ੀ ਮਿਲੀ ਹੈ, ਬਈ ਮਿਲੀ ਹੈ, ਅੱਧੀ ਮਿਲ ਗਈ ਹੈ, ਪੂਰੀ ਮਿਲ ਗਈ ਹੈ, ਇੱਕ ਮਿਲੀ ਹੈ, ਦੋ ਮਿਲੀ ਹੈ, ਤੇਰਾ ਸ਼ੁਕਰ ਹੈ। ਫਰੀਦਾ ਰੁੱਖੀ ਸੁੱਕੀ ਖਾਏ ਕੈ ਠੰਡਾ ਪਾਣੀ, ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੇ ਸੁੱਕੀ ਮਿਲੀ ਹੈ, ਅੱਧੀ ਮਿਲੀ ਹੈ ਤੇ ਮੈਨੂੰ ਪ੍ਰਵਾਨ, ਤੇਰਾ ਸ਼ੁਕਰ ਹੈ। ਭਾਈ ਲਾਲੋ ਸ਼ੁਕਰ ਵਿੱਚ ਰਿਹਾ ਏ ਤੇ ਤੂੰ ਹੈ ਨੇ ਸ਼ੁਕਰਾ, ਤੂੰ ਕਦੇ ਮਾਲਕ ਦਾ ਸ਼ੁਕਰ ਨਹੀਂ ਕੀਤਾ। ਇਸ ਲਈ ਸਾਹਿਬ ਆਖਦੇ ਆ ਬਾਣੀ ਦੇ ਵਿੱਚ ਕਿ ਅਸੀਂ ਜੋ ਵੀ ਕੁਝ ਕਿਰਤ ਕਰਦੇ ਹਾਂ, ਭਾਵੇਂ ਬੇਈਮਾਨੀ ਦੀ ਹੈ, ਭਾਵੇਂ ਇਮਾਨਦਾਰੀ ਦੀ ਹੈ, ਜੇ ਅਸੀਂ ਮਾਲਕ ਦਾ ਸ਼ੁਕਰ ਨਹੀਂ ਕਰਦੇ, ਜੇ ਅਸੀਂ ਨਾ ਸ਼ੁਕਰੇ ਹਾਂ ਤੇ ਫਿਰ ਮਾਲਕ ਦੇ ਘਰ ਸਾਨੂੰ ਸ਼ਰਮਿੰਦਾ ਹੋਣਾ ਪਵੇਗਾ ਬਹੁਤ। ਇਸ ਲਈ ਸਾਹਿਬ ਆਖਦੇ ਆ ਕਿ ਤੈਨੂੰ ਜੋ ਇਹ ਮਨੁੱਖਾ ਜਾਮਾ, ਇਹ ਚੋਲਾ ਤੈਨੂੰ ਪ੍ਰਾਪਤ ਹੋਇਆ ਹੈ ਸਿਰਫ ਮਾਲਕ ਦਾ ਭਜਨ ਕਰਨ ਵਾਸਤੇ। ਜੇ ਉਹਦਾ ਭਜਨ ਕਰੇਗਾ, ਉਹਦੇ ਨਾਮ ਦੇ ਵਿੱਚ ਬੈਠੇਗਾ, ਉਹਦਾ ਸਿਮਰਨ, ਉਹਨੂੰ ਯਾਦ ਕਰੇਗਾ ਤੂੰ, ਤੇ ਫਿਰ ਤੈਨੂੰ 84 ਲੱਖ ਜੂਨ ਵਿੱਚ ਜਾਣਾ ਨਹੀਂ ਪਵੇਗਾ। ਵੇਖੋ ਬਹੁਤ ਚਿਰ ਪਿੱਛੋਂ ਤੈਨੂੰ ਇਹ ਮਨੁੱਖਾ ਦੇਹ ਮਿਲੀ ਹੈ। ਇਸ ਲਈ ਵਾਰ-ਵਾਰ ਸਮਝਾਉਣ ਦਾ ਯਤਨ ਕਰਦੇ ਹਨ ਮੇਰੇ ਸਾਹਿਬ ਕਿ ਭਾਈ ਅਜੇ ਵੀ ਤੇਰੇ ਕੋਲ ਸਮਾਂ ਹੈ, ਅਜਹੂ ਕਾਸ਼ ਵਿਗੜਿਓ ਨਹੀਂ, ਅਜੇ ਕੁਝ ਵਿਗੜਿਆ ਨਹੀਂ ਹੈ, ਤੇਰੇ ਕੋਲ ਅਜੇ ਵੀ ਸਮਾਂ ਹੈ। ਅਜੇ ਵੀ ਤੂੰ ਜੇ ਸਮੇਂ ਨੂੰ ਪਹਿਚਾਣ ਲਵੇਂ, ਇਹਦੀ ਕਦਰ ਕਰੇ, ਸਤ ਸੰਗ ਦੇ ਵਿੱਚ ਪਹੁੰਚੇ, ਨਾਮ ਨਾਲ ਜੁੜੇ, ਨਾਮ ਦੇ ਵਿੱਚ ਬੈਠੇ ਦਿਨੇ ਰਾਤ, ਫਿਰ ਬਾਣੀ ਪੜ੍ਹਨੀ, ਨਾਮ ਜਪਣਾ, ਸਤਸੰਗ ਕਰਨਾ, ਸੇਵਾ ਕਰਨੀ ਤੇ ਗੁਰਮੁਖ ਪਿਆਰਿਆਂ ਦੀ ਕਦਰ ਕਰਨੀ। ਜੇ ਇਸ ਢੰਗ ਨਾਲ ਚੱਲੇਗਾ ਫਿਰ ਤੇਰਾ ਇੱਥੇ ਆਉਣਾ ਸਫਲ ਹੈ। ਸਫਲ 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 ਭਈ ਯਾਤਰਾ। ਜੋ ਅਸੀਂ ਯਾਤਰਾ ਕਰ ਰਹੇ ਹਾਂ ਮਨੁੱਖਾ ਦੇਹ ਦੀ, ਆਤਮਾ ਯਾਤਰਾ ਦੇ ਵਿੱਚ ਨਿਕਲੀ ਹੈ, ਫਿਰ ਇਹਦੀ ਯਾਤਰਾ ਸਫਲ ਹੈ ਜਦੋਂ ਇਹ ਪਰ ਉਪਕਾਰੀ ਦਾ ਰਸਤਾ ਅਪਣਾ ਲੈਂਦੀ ਹੈ। ਪਰ ਉਪਕਾਰੀ ਦਾ ਰਸਤਾ ਅਪਣਾ ਕੇ ਤੇ ਉਸ ਮਾਲਕ ਦਾ ਸ਼ੁਕਰ ਕਰਿਆ ਕਰ।